ਵੈਲਕਮ ਦੋਸਤੋ ਲਰਨ ਬੈਟਰ ਚੈਨਲ 'ਚ ਤੁਹਾਡਾ ਸਵਾਗਤ ਹੈ। ਇੱਕ ਪਿੱਛੇ ਜੇ ਰਿਕਰੂਟਮੈਂਟ ਨੋਟਿਸ ਨਿਕਲਿਆ ਸੀ ਕੋਆਪਰੇਟਿਵ ਬੈਂਕ ਦਾ, ਜਿਹਦੇ ਵਿੱਚ ਸੀਨੀਅਰ ਮੈਨੇਜਰ ਆਈਟੀ ਆਫੀਸਰ ਕਲਰਕ ਕਮ ਡੇਟਾ ਐਂਟਰੀ ਆਪਰੇਟਰ ਤੇ ਸਟੈਨੋਸ ਦੀਆਂ ਪੋਸਟਾਂ ਨਿਕਲੀਆਂ ਸੀ। ਸੋ ਕੋਆਪਰੇਟਿਵ ਬੈਂਕ ਨੇ ਆਪਣਾ ਸ਼ਡਿਊਲ ਜਿਹੜਾ ਆ ਉਹ ਜਾਰੀ ਕਰ ਦਿੱਤਾ ਹੈ ਕਿ ਕਿਹੜੇ ਦਿਨ ਪੇਪਰ ਹੋਏਗਾ। ਇਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਕਿ ਇਹਦੀ ਤਿਆਰੀ ਜਿਹੜੀ ਆ ਅਸੀਂ ਕਿੱਥੋਂ ਕਰ ਸਕਦੇ ਹਾਂ। ਵੱਖਰੀਆਂ ਪੋਸਟਾਂ ਦਾ ਵੱਖਰਾ ਸਿਲੇਬਸ ਦਿੱਤਾ ਆ, ਸੋ ਉਹਦੇ ਹਿਸਾਬ ਨਾਲ ਅਸੀਂ ਦੇਖਾਂਗੇ ਕਿ ਕਿਹੜੀਆਂ ਕਿਤਾਬਾਂ ਤੋਂ ਸਾਨੂੰ ਤਿਆਰੀ ਕਰਨ ਦੀ ਲੋੜ ਆ ਤੇ ਲਾਸਟ ਮੂਮੈਂਟ ਤੇ ਸਾਡੇ ਕੋਲ ਕਿਹੜੇ ਨੋਟਸ ਨੇ ਜਿਨ੍ਹਾਂ ਤੋਂ ਅਸੀਂ ਤਿਆਰੀ ਕਰ ਸਕਦੇ ਹਾਂ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦੇ ਰਹਿਣ। ਸੋ ਇਹ ਕੋਆਪਰੇਟਿਵ ਬੈਂਕ ਦਾ ਨੋਟੀਫਿਕੇਸ਼ਨ ਸੀ ਜਿਹਦੇ ਵਿੱਚ ਸੀਨੀਅਰ ਮੈਨੇਜਰ ਦੀਆਂ 40 ਪੋਸਟਾਂ ਸੀ, ਮੈਨੇਜਰ ਦੀਆਂ 60 ਪੋਸਟਾਂ ਸੀ, ਇਨਫੋਰਮੇਸ਼ਨ ਟੈਕਨੋਲੋਜੀ ਆਫੀਸਰ ਦੀਆਂ 7 ਪੋਸਟਾਂ ਸਨ, ਕਲਰਕ ਕਮ ਡੇਟਾ ਐਂਟਰੀ ਆਪਰੇਟਰ ਦੀਆਂ 739 ਪੋਸਟਾਂ ਸੀ ਤੇ ਇਹਦੇ ਬਾਅਦ ਸਟੈਨੋ ਕਮ ਟਾਈਪਿਸਟ ਦੀਆਂ 10 ਪੋਸਟਾਂ ਸੀ। ਸੋ ਇਹਨਾਂ ਵਾਸਤੇ ਐਗਜ਼ਾਮ ਦਾ ਜਿਹੜਾ ਸ਼ਡਿਊਲ ਆ ਉਹ ਕੋਆਪਰੇਟਿਵ ਬੈਂਕ ਵੱਲੋਂ ਜਾਰੀ ਹੋ ਗਿਆ ਆ। ਇਹਦੇ ਵਿੱਚ ਕਲਰਕ ਕਮ ਡੇਟਾ ਐਂਟਰੀ ਆਪਰੇਟਰ ਦਾ ਜਿਹੜਾ ਪੇਪਰ ਆ ਉਹ 13 ਅਗਸਤ ਨੂੰ ਹੋਣਾ ਆ। 13 ਅਗਸਤ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਸਵੇਰੇ ਦਾ ਪੇਪਰ ਹੋਏਗਾ। ਉਹਦੇ ਬਾਅਦ ਮੈਨੇਜਰ ਦਾ ਜਿਹੜਾ ਪੇਪਰ ਹੈ ਉਹ ਵੀ 13 ਅਗਸਤ ਨੂੰ ਹੋਏਗਾ 2 ਵਜੇ ਤੋਂ ਲੈ ਕੇ 4 ਵਜੇ ਤੱਕ। ਫਿਰ ਸੀਨੀਅਰ ਮੈਨੇਜਰ ਦਾ ਤੇ ਆਈਟੀ ਆਫੀਸਰ ਦਾ ਜਿਹੜਾ ਪੇਪਰ ਆ ਉਹ 14 ਅਗਸਤ ਨੂੰ ਹੋਣਾ ਆ 10 ਵਜੇ ਤੋਂ ਲੈ ਕੇ 12 ਵਜੇ ਤੱਕ। ਤੇ ਜਿਹੜੀ ਸਟੈਨੋ ਟਾਈਪਿਸਟ ਦੀ ਪੋਸਟ ਹੈ ਇਹਦੇ ਵਾਸਤੇ ਜਿਹੜਾ ਪੇਪਰ ਹੈ ਉਹ 14 ਅਗਸਤ ਨੂੰ 2 ਤੋਂ 4 ਵਜੇ ਤੱਕ ਹੋਏਗਾ। ਸੋ ਇਹਨਾਂ ਵਾਸਤੇ ਰੋਲ ਨੰਬਰ ਜਿਹੜੇ ਨੇ ਐਗਜ਼ਾਮ ਸੈਂਟਰ ਨੇ ਜਿਹੜੇ ਉਹ ਕੁਝ ਕੁ ਦਿਨਾਂ ਦੇ ਵਿੱਚ ਵੈਬਸਾਈਟ ਤੇ ਅਪਲੋਡ ਹੋ ਜਾਣਗੇ। ਸੋ ਜਿਨ੍ਹਾਂ ਨੇ ਵੀ ਐਗਜ਼ਾਮ ਭਰੇ ਨੇ ਉਹ ਵੈਬਸਾਈਟ ਜਿਹੜੇ ਉਹ ਰੈਗੂਲਰਲੀ ਦੇਖਦੇ ਰਹੋ। ਸੋ ਹੁਣ ਗੱਲ ਕਰਦੇ ਹਾਂ ਕਿ ਇਹਦਾ ਸਿਲੇਬਸ ਕੀ ਹੈ ਤੇ ਇਹਦੀ ਤਿਆਰੀ ਅਸੀਂ ਕਿੱਥੋਂ ਕਰ ਸਕਦੇ ਹਾਂ। ਸੋ ਇਹਨਾਂ ਸਾਰੀਆਂ ਪੋਸਟਾਂ ਵਾਸਤੇ 100 ਨੰਬਰ ਦਾ ਪੇਪਰ ਹੋਣਾ ਹੈ, ਜਿਹਦੇ ਵਿੱਚ ਵੇਟੇਜ ਜਿਹੜੀ ਆ ਉਹ ਵੱਖਰੀ ਰੱਖੀ ਗਈ ਹੈ। ਜਿਹੜੀਆਂ ਦੂਜੀਆਂ ਪੋਸਟਾਂ ਨੇ ਮੈਨੇਜਰ ਜਾਂ ਕਲਰਕ ਡੇਟਾ ਐਂਟਰੀ ਆਪਰੇਟਰ ਜਾਂ ਸਟੈਨੋ ਟਾਈਪਿਸਟ, ਇਹਨਾਂ ਵਾਸਤੇ ਜਨਰਲ ਜਿਹੜਾ ਸਿਲੇਬਸ ਰੱਖਿਆ ਗਿਆ ਜਿਹਦੇ ਵਿੱਚੋਂ ਇਕੁਅਲ ਵੇਟੇਜ ਰੱਖੀ ਗਈ ਹੈ ਕੰਪਿਊਟਰ ਐਪਲੀਕੇਸ਼ਨ ਨੂੰ ਵੀ, ਬੈਂਕਿੰਗ ਨੂੰ ਵੀ, ਜਨਰਲ ਅਵੇਅਰਨੈਸ ਨੂੰ ਵੀ, ਰੀਜ਼ਨਿੰਗ ਕੁਆਂਟ ਨੂੰ ਜਾਂ ਇੰਗਲਿਸ਼ ਪੰਜਾਬੀ ਨੂੰ ਵੀ। ਸੋ ਇਹਨਾਂ ਵਾਸਤੇ ਜਨਰਲਾਈਜ਼ ਸਿਲੇਬਸ ਆ। ਬਾਕੀ ਜਿਹੜੀਆਂ 2 ਪੋਸਟਾਂ ਨੇ ਸੀਨੀਅਰ ਮੈਨੇਜਰ ਦੀਆਂ ਉਹਦੇ ਵਾਸਤੇ ਸਪੈਸ਼ਲਾਈਜੇਸ਼ਨ ਬੈਂਕਿੰਗ ਮੰਗੀ ਗਈ ਹੈ। ਜਿਹੜੇ ਆਈਟੀ ਆਫੀਸਰ ਨੇ ਉਹਨਾਂ ਵਾਸਤੇ ਸਪੈਸ਼ਲਾਈਜੇਸ਼ਨ ਆਈਟੀ ਮੰਗੀ ਗਈ ਹੈ। ਸੋ ਹੁਣ ਜੇ ਅਸੀਂ ਸਿਲੇਬਸ ਨੂੰ ਕੰਪੇਅਰ ਕਰੀਏ ਤਾਂ ਜਿਹੜਾ ਜਨਰਲ ਟੌਪਿਕ ਨੇ ਰੀਜ਼ਨਿੰਗ ਹੋ ਗਿਆ, ਕੁਆਂਟੀਟੇਟਿਵ ਐਬਿਲਿਟੀ ਹੋ ਗਿਆ, ਇੰਗਲਿਸ਼ ਹੋ ਗਿਆ, ਪੰਜਾਬੀ ਹੋ ਗਿਆ ਜਾਂ ਜਨਰਲ ਨੌਲੇਜ ਹੋ ਗਿਆ, ਇਹ ਸਾਰੀਆਂ ਪੋਸਟਾਂ ਵਾਸਤੇ ਇਹਨਾਂ ਦਾ ਸਿਲੇਬਸ ਜਿਹੜਾ ਆ ਉਹ ਡਾਟ ਟੂ ਡਾਟ ਸੇਮ ਆ। ਸਾਰੀਆਂ ਪੋਸਟਾਂ ਵਾਸਤੇ ਸੇਮ ਹੀ ਜਿਹੜੀ ਤਿਆਰੀ ਆ ਉਹ ਕਰਨੀ ਪੈਣੀ ਆ। ਸਿਰਫ ਆਈਟੀ ਆਫੀਸਰ ਵਾਸਤੇ ਜਿਹੜਾ ਆਈਟੀ ਤੇ ਕੰਪਿਊਟਰ ਐਪਲੀਕੇਸ਼ਨ ਆ ਉਹ ਡਿਫਰੈਂਟ ਆ ਤੇ ਜਿਹੜਾ ਸੀਨੀਅਰ ਮੈਨੇਜਰ ਵਾਸਤੇ ਬੈਂਕਿੰਗ ਆ ਉਹ ਡਿਫਰੈਂਟ ਆ। ਬਾਕੀ ਸਾਰਾ ਸਿਲੇਬਸ ਜਿਹੜਾ ਆ ਉਹ ਸੇਮ ਆ। ਸੋ ਅਸੀਂ ਕੰਬਾਈਨਡਲੀ ਗੱਲ ਕਰਾਂਗੇ ਕਿ ਕਿਹੜੀਆਂ ਕਿਤਾਬਾਂ ਤੋਂ ਅਸੀਂ ਇਹਦੀ ਤਿਆਰੀ ਜਿਹੜੀ ਉਹ ਕਰ ਸਕਦੇ ਹਾਂ ਜਾਂ ਜਿਹੜੇ ਨੋਟਸ ਨੇ ਉਹ ਕਿੱਥੇ ਅਵੇਲੇਬਲ ਨੇ, ਕਿਹੜੇ ਨੋਟਸ ਤੋਂ ਅਸੀਂ ਲਾਸਟ ਮੂਮੈਂਟ ਤੇ ਤਿਆਰੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਕੰਪਿਊਟਰ ਐਪਲੀਕੇਸ਼ਨ ਤੋਂ। ਕੰਪਿਊਟਰ ਐਪਲੀਕੇਸ਼ਨ ਜਿਹੜਾ ਜਨਰਲ ਟੌਪਿਕ ਹੈ ਆਈਟੀ ਆਫੀਸਰ ਨੂੰ ਛੱਡ ਕੇ, ਇਹਦੇ ਵਿੱਚ ਟੌਪਿਕ ਦਿੱਤੇ ਨੇ ਬੇਸਿਕ ਕੰਪਿਊਟਰ ਆਪਰੇਸ਼ਨਸ, ਕਲਾਸੀਫਿਕੇਸ਼ਨ ਆਫ ਕੰਪਿਊਟਰਸ, ਇਨਪੁਟ ਡਿਵਾਈਸਿਸ, ਆਊਟਪੁੱਟ ਡਿਵਾਈਸਿਸ, ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ, ਮੈਮਰੀ ਆਫ ਕੰਪਿਊਟਰ, ਸਟੋਰੇਜ, ਪ੍ਰੋਸੈਸਿੰਗ ਆਫ ਡੇਟਾ, ਨੰਬਰ ਸਿਸਟਮ ਐਂਡ ਕੰਪਿਊਟਰ ਲੈਂਗੁਏਜ, ਆਪਰੇਟਿੰਗ ਸਿਸਟਮ, ਨੈਟਵਰਕਿੰਗ, ਇੰਟਰਨੈਟ ਐਂਡ ਈਮੇਲ, ਮੇਨਟੇਨੈਂਸ ਐਂਡ ਸਿਕਿਉਰਿਟੀ। ਸੋ ਇਹ ਜਿਹੜੇ ਸਾਰੇ ਟੌਪਿਕ ਨੇ ਇਹ ਬੇਸਿਕ ਟੌਪਿਕ ਨੇ। ਇਹਨਾਂ ਦੀ ਤੁਸੀਂ ਕੋਈ ਵੀ ਸਪੈਸ਼ਲਾਈਜੇਸ਼ਨ ਜਿਹੜੀ ਹੈ ਉਹ ਤਿਆਰ ਨਹੀਂ ਕਰਨੀ। ਤੁਸੀਂ ਸਿਰਫ ਬੇਸਿਕ ਕੁਐਸਚਨ ਜਿਹੜੇ ਨੇ ਉਹ ਤਿਆਰ ਕਰਨੇ ਨੇ ਕਿ ਬੇਸਿਕ ਜਿਹੜਾ ਹੈ ਇਹਨਾਂ ਦਾ ਆਈਡੀਆ ਕੀ ਹੁੰਦਾ ਆ। ਸੋ ਇਹਦੇ ਵਾਸਤੇ ਜਿਹੜੀ ਕੰਪਿਊਟਰ ਅਵੇਅਰਨੈਸ ਦੀ ਕਿਤਾਬ ਆਉਂਦੀ ਹੈ ਉਹ ਹੈ ਅਰਿਹੰਤ ਦੀ। ਸੋ ਅਰਿਹੰਤ ਦੀ ਜਿਹੜੀ ਕਿਤਾਬ ਹੈ ਉਹ ਤੁਸੀਂ ਲੈ ਕੇ ਇਹਦੀ ਤਿਆਰੀ ਕਰ ਸਕਦੇ ਹੋ। ਅਦਰਵਾਈਜ਼ ਅਰਿਹੰਤ ਦੀ ਕਿਤਾਬ ਅਸੀਂ ਆਪਣੇ ਟੈਲੀਗ੍ਰਾਮ ਚੈਨਲ ਦੇ ਵਿੱਚ ਵੀ ਅਪਲੋਡ ਕੀਤੀ ਹੈ, ਉਹਦੇ ਤੋਂ ਤੁਸੀਂ ਡਾਊਨਲੋਡ ਕਰਕੇ ਇਹਦੀ ਤਿਆਰੀ ਕਰ ਸਕਦੇ ਹੋ। ਸੈਕੰਡ ਟੌਪਿਕ ਹੈ ਸਾਡਾ ਰੀਜ਼ਨਿੰਗ ਦਾ, ਰੀਜ਼ਨਿੰਗ ਐਬਿਲਿਟੀ ਦਾ। ਇਹਦੇ ਵਿੱਚ 2 ਸੈਕਸ਼ਨ ਨੇ, ਵਰਬਲ ਤੇ ਨਾਨ ਵਰਬਲ। ਵਰਬਲ ਰੀਜ਼ਨਿੰਗ ਦੇ ਵਿੱਚ ਜਿਹੜੇ ਟੌਪਿਕ ਨੇ ਉਹ ਨੇ ਸੀਰੀਜ਼, ਐਲਫਾਬੈਟ ਸੀਰੀਜ਼, ਟੈਸਟ ਆਫ ਡਾਇਰੈਕਸ਼ਨ ਸੈਂਸ ਟੈਸਟ, ਕੋਡਿੰਗ, ਡਿਕੋਡਿੰਗ, ਨੰਬਰ ਰੈਂਕਿੰਗ, ਅਰਥਮੈਟਿਕਲ ਰੀਜ਼ਨਿੰਗ, ਪ੍ਰੋਬਲਮ ਔਨ ਏਜ ਕੈਲਕੂਲੇਸ਼ਨ, ਬਲੱਡ ਰਿਲੇਸ਼ਨ, ਐਨਾਲੋਜੀਜ਼, ਡਿਸੀਜਨ ਮੇਕਿੰਗ ਐਕਸੈਟਰਾ। ਸੋ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਵੀਡੀਓਜ਼ ਨੇ ਅਸੀਂ ਬਣਾ ਕੇ, ਇਹਨਾਂ ਦੇ ਲੈਕਚਰ ਜਿਹੜੇ ਨੇ ਉਹ ਅਸੀਂ ਬਣਾ ਕੇ ਪਾਏ ਹੋਏ ਨੇ ਆਲਰੇਡੀ। ਇਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ ਆ। ਤੁਸੀਂ ਲਿੰਕ ਤੋਂ ਵੀਡੀਓ ਦੇਖ ਕੇ ਹਰ ਟੌਪਿਕ ਦੀ ਤਿਆਰੀ ਕਰ ਸਕਦੇ ਹੋ। ਅਦਰਵਾਈਜ਼ ਇਹਦੇ ਵਾਸਤੇ ਜਿਹੜੀ ਕਿਤਾਬ ਆਉਂਦੀ ਹੈ ਉਹ ਹੈ ਵਰਬਲ ਤੇ ਨਾਨ ਵਰਬਲ ਰੀਜ਼ਨਿੰਗ। ਉਹ ਵੀ ਅਸੀਂ ਟੈਲੀਗ੍ਰਾਮ ਚੈਨਲ ਤੇ ਅਪਲੋਡ ਕੀਤੀ ਹੈ। ਤੁਸੀਂ ਉੱਥੋਂ ਕਿਤਾਬ ਜਿਹੜੀ ਹੈ ਉਹ ਡਾਊਨਲੋਡ ਕਰਕੇ ਆਪਣੀ ਤਿਆਰੀ ਕਰ ਸਕਦੇ ਹੋ। ਇਹਦੇ ਬਾਅਦ ਨਾਨ ਵਰਬਲ ਰੀਜ਼ਨਿੰਗ ਦੇ ਜਿਹੜੇ ਟੌਪਿਕ ਨੇ ਉਹਦੇ ਵਿੱਚ ਨੇ ਨਾਨ ਵਰਬਲ ਸੀਰੀਜ਼, ਮਿਰਰ ਇਮੇजेस, क्यूब्स एंड डाइसिस, ग्रुपिंग, आइडेंटिकल फिगर्स, एम्बेडेड फिगर्स। सो ये ਜਿਹੜੇ ਟੌਪਿਕ ਨੇ ਇਹ ਵੀ ਵਰਬਲ ਤੇ ਨਾਨ ਵਰਬਲ ਰੀਜ਼ਨਿੰਗ ਵਾਲੀ ਕਿਤਾਬ 'ਚੋਂ ਕਵਰ ਹੋ ਜਾਂਦੇ ਨੇ। ਇਹਦੇ ਵਿੱਚ ਫਿਗਰਸ ਵਾਲੇ ਕੁਐਸਚਨ ਆਉਂਦੇ ਨੇ ਕਿ 4 ਫਿਗਰਸ ਦਿੱਤੀਆਂ ਹੋਣਗੀਆਂ, ਉਹਦੇ ਵਿੱਚੋਂ ਆਡ 1 ਆਊਟ ਜਿਹੜੀ ਆ ਉਹ ਤੁਸੀਂ ਪਿਕ ਕਰਨੀ ਹੈ, ਜਾਂ ਕੋਈ ਇਮੇਜ ਦਿੱਤੀ ਹੋਏਗੀ ਉਹਦੀਆਂ 4 ਆਪਸ਼ਨਸ ਦਿੱਤੀਆਂ ਹੋਣਗੀਆਂ ਕਿ ਕਿਹੜੀ ਇਹਦੀ ਮਿਰਰ ਇਮੇਜ ਬਣਦੀ ਆ। ਸੋ ਕਿਹੜੇ ਪਾਸੇ ਮਿਰਰ ਰੱਖਣਾ ਹੈ ਉਹ ਵੀ ਇਹਨਾਂ ਨੇ ਦੱਸਿਆ ਹੋਏਗਾ।
ਇਹਦੇ ਬਾਅਦ ਟੌਪਿਕ ਹੈ ਕੁਆਂਟੀਟੇਟਿਵ ਐਪਟੀਟਿਊਡ। ਇਹਦੇ ਵਿੱਚ ਜਿਹੜੇ ਟੌਪਿਕ ਆਉਂਦੇ ਨੇ ਉਹ ਨੇ ਨੰਬਰ ਸਿਸਟਮ, HCF, LCM, ਸਿੰਪਲੀਫਿਕੇਸ਼ਨ, ਡੈਸੀਮਲ, ਫ੍ਰੈਕਸ਼ਨਸ, ਰੇਸ਼ੀਓਜ਼ ਐਂਡ ਪ੍ਰੋਪੋਰਸ਼ਨਸ, ਯੂਨਿਟਰੀ ਮੈਥਡ, ਪਰਸੈਂਟੇਜ, ਟਾਈਮ ਐਂਡ ਡਿਸਟੈਂਸ, ਟਾਈਮ ਐਂਡ ਵਰਕ, ਪ੍ਰੋਫਿਟ ਐਂਡ ਲਾਸ, ਐਵਰੇਜ, ਸਿੰਪਲ ਐਂਡ ਕੰਪਾਊਂਡ ਇੰਟਰਸਟ, ਮੈਂਸੂਰੇਸ਼ਨ, 2D 3D ਐਲਜੈਬਰਾ, ਡੇਟਾ ਇੰਟਰਪ੍ਰੀਟੇਸ਼ਨ। ਜਿਹੜੇ ਲੈਕਚਰਸ ਨੇ ਇਹਨਾਂ ਟੌਪਿਕ ਦੇ ਉੱਪਰ ਉਹ ਅਸੀਂ ਆਲਰੇਡੀ ਅਪਲੋਡ ਕੀਤੇ ਹੋਏ ਨੇ, ਤੁਸੀਂ ਉਹ ਲੈਕਚਰ ਦੇਖ ਕੇ ਇਹਨਾਂ ਟੌਪਿਕਸ ਦੀ ਤਿਆਰੀ ਕਰ ਸਕਦੇ ਹੋ। ਇਹਦੇ ਵਾਸਤੇ ਜਿਹੜੀ ਕਿਤਾਬ ਆਉਂਦੀ ਹੈ ਉਹ RS ਅਗਰਵਾਲ ਦੀ ਕੁਆਂਟੀਟੇਟਿਵ ਐਪਟੀਟਿਊਡ ਦੀ, ਉਹ ਵੀ ਕਿਤਾਬ ਅਸੀਂ ਟੈਲੀਗ੍ਰਾਮ ਚੈਨਲ ਤੇ ਅਪਲੋਡ ਕੀਤੀ ਹੋਈ ਆ, ਤੁਸੀਂ ਉੱਥੋਂ ਡਾਊਨਲੋਡ ਕਰਕੇ ਇਹਦੀ ਤਿਆਰੀ ਉੱਥੋਂ ਵੀ ਕਰ ਸਕਦੇ ਹੋ। ਇਹਦੇ ਬਾਅਦ ਹੈ ਇੰਗਲਿਸ਼ ਦੇ ਵਿੱਚ ਜਿਹੜੇ ਟੌਪਿਕ ਆਉਂਦੇ ਨੇ ਉਹ ਨੇ ਐਰਰ ਕਰੈਕਸ਼ਨ, ਟੈਂਸਸ, ਸੈਂਟੈਂਸ ਰੀਅਰੇਂਜਮੈਂਟ, ਫਿਲ ਇਨ ਦਾ ਬਲੈਂਕਸ ਵਿਦ ਮੋਡਲਸ, ਆਰਟੀਕਲਸ ਐਂਡ ਪ੍ਰੈਪੋਜੀਸ਼ਨਸ, ਕੰਪਰੀਹੈਂਸ਼ਨ, ਵੋਕੈਬਲਰੀ, ਸਿਨੋਨਿਮਸ, ਐਂਟੋਨਿਮਸ। ਸੋ ਇਹਦੇ ਵਾਸਤੇ ਜਿਹੜੀ ਕਿਤਾਬ ਆ ਉਹ ਹੈ ਰੈਨ ਐਂਡ ਮਾਰਟਨ ਦੀ ਇੰਗਲਿਸ਼ ਗ੍ਰਾਮਰ ਦੀ, ਜਾਂ ਤੁਸੀਂ ਹੋਰ ਵੀ ਕੋਈ ਕਿਤਾਬ ਜਿਹੜੀ ਇੰਗਲਿਸ਼ ਗ੍ਰਾਮਰ ਦੀ ਉਹ ਲੈ ਕੇ ਇਹਦੀ ਤਿਆਰੀ ਕਰ ਸਕਦੇ ਹੋ। ਕੋਈ ਵੀ 10th ਦੀ ਜਾਂ 10+2 ਦੀ ਗ੍ਰਾਮਰ ਦੀ ਕਿਤਾਬ ਇੰਗਲਿਸ਼ ਦੀ ਲੈ ਕੇ ਇਹਦੀ ਤਿਆਰੀ ਕਰ ਸਕਦੇ ਹੋ। ਬਾਕੀ ਜਿਹੜੀ ਪ੍ਰੈਕਟਿਸ ਆ ਤੇ ਵੋਕੈਬਲਰੀ ਵਧਾਉਣ ਵਾਸਤੇ ਜਿਹੜੀ ਬੁੱਕ ਆਉਂਦੀ ਆ ਉਹ ਹੈ ਵਰਡ ਪਾਵਰ ਮੇਡ ਈਜ਼ੀ, ਨਾਰਮਨ ਲੂਇਸ ਦੀ, ਜਿਹਦੇ ਵਿੱਚ ਵਰਡ ਲਿਸਟਾਂ ਦਿੱਤੀਆਂ ਹੁੰਦੀਆਂ ਨੇ, ਜਿਹਦੇ ਵਿੱਚੋਂ ਕੰਪਲੈਕਸ ਜਿਹੜੇ ਵਰਡ ਨੇ ਉਹਨਾਂ ਦੇ ਮੀਨਿੰਗਸ, ਉਹਨਾਂ ਦੇ ਸਿਨੋਨਿਮਸ ਤੇ ਐਂਟੋਨਿਮਸ ਦੀ ਜਿਹੜੀ ਤਿਆਰੀ ਆ ਉਹਦੇ ਵਿੱਚੋਂ ਹੋ ਜਾਂਦੀ ਹੈ। ਉਹਦੇ ਬਾਅਦ ਪੰਜਾਬੀ ਹੈ, ਪੰਜਾਬੀ ਦੇ ਵਿੱਚ ਵੀ ਸੇਮ ਹੀ ਗ੍ਰਾਮਰ ਦੇ ਟੌਪਿਕ ਨੇ। ਇਹਦੀ ਤਿਆਰੀ ਤੁਸੀਂ ਜਿਹੜੀ ਆ ਉਹ ਪੰਜਾਬੀ ਵਿਆਕਰਨ ਦੀ ਕਿਤਾਬ ਲੈ ਕੇ ਕਰ ਸਕਦੇ ਹੋ। ਜੇਕਰ ਇਹ ਕਿਤਾਬ ਕਿਸੇ ਕੋਲ ਨਹੀਂ ਹੈਗੀ ਤਾਂ ਅਸੀਂ ਟੈਲੀਗ੍ਰਾਮ ਚੈਨਲ ਦੇ ਵਿੱਚ ਵੀ ਅਪਲੋਡ ਕੀਤੀ ਹੈ ਪੰਜਾਬੀ ਵਿਆਕਰਨ ਦੀ, ਉਦੋਂ ਤੁਸੀਂ ਇਹ ਸਾਰੇ ਟੌਪਿਕਸ ਦੀ ਤਿਆਰੀ ਕਰ ਸਕਦੇ ਹੋ। ਉਹਦੇ ਬਾਅਦ ਟੌਪਿਕ ਹੈ ਜਨਰਲ ਅਵੇਅਰਨੈਸ ਐਂਡ ਬੈਂਕਿੰਗ। ਸੋ ਜਨਰਲ ਅਵੇਅਰਨੈਸ ਜਿਹੜਾ ਟੌਪਿਕ ਆ ਉਹ ਸੀਨੀਅਰ ਮੈਨੇਜਰ ਵਾਸਤੇ ਵੀ ਸੇਮ ਆ, ਬਟ ਬੈਂਕਿੰਗ ਜਿਹੜੀ ਆ ਉਹਦੇ ਵਾਸਤੇ ਥੋੜੀ ਜਿਹੀ ਡਿਫਰੈਂਟ ਆ। ਇਹਦੇ ਵਿੱਚ ਜਿਹੜੇ ਟੌਪਿਕ ਦਿੱਤੇ ਨੇ ਉਹ ਨੇ ਕਰੰਟ ਅਫੇਅਰਸ, ਨੈਸ਼ਨਲ ਐਂਡ ਇੰਟਰਨੈਸ਼ਨਲ, ਮੇਜਰ ਫਾਈਨੈਂਸ਼ੀਅਲ ਇਕਨੋਮਿਕ ਨਿਊਜ਼, budget and 5-year plans, sports, economy, geography with special reference to Punjab, awards and honors, science, inventions and discoveries, abbreviations, history and culture with special reference to Punjab, international and national organizations. The questions regarding banking and cooperative societies will be general in nature. So ਇਹਦੇ ਵਿੱਚ ਇਹਨਾਂ ਨੇ ਦੱਸ ਦਿੱਤਾ ਹੈ ਕਿ ਜਿਹੜੀ ਬੈਂਕਿੰਗ ਦੇ ਕੁਐਸਚਨ ਆਉਣਗੇ ਉਹ ਜਨਰਲ ਕੁਐਸਚਨ ਆਉਣਗੇ ਬੈਂਕਿੰਗ ਦੇ, ਕੋਈ ਸਪੈਸੀਫਾਈਡ ਜਿਹੜੇ ਨੇ ਉਹ ਕੁਐਸਚਨ ਨਹੀਂ ਆਉਣਗੇ। ਸੋ ਜਨਰਲ ਬੈਂਕਿੰਗ ਦੀ ਤੁਸੀਂ ਤਿਆਰੀ ਕਰਨੀ ਹੈ। ਸੋ ਜਿਹੜੀ ਜਨਰਲ ਅਵੇਅਰਨੈਸ ਦੇ ਟੌਪਿਕ ਨੇ ਇਹਨਾਂ ਵਾਸਤੇ ਕਿਤਾਬ ਆਉਂਦੀ ਹੈ ਲੂਸੈਂਟ ਦੀ ਜਨਰਲ ਨੌਲੇਜ, ਤੇ ਜਿਹੜੇ ਪੰਜਾਬ ਦੇ ਰੈਫਰੈਂਸ ਵਾਲੇ ਟੌਪਿਕ ਨੇ ਉਹਦੇ ਵਾਸਤੇ ਕਿਤਾਬ ਆਉਂਦੀ ਹੈ ਸਾਡਾ ਪੰਜਾਬ। ਸੋ ਇਹ ਦੋਨੋਂ ਹੀ ਕਿਤਾਬਾਂ ਜਿਹੜੀਆਂ ਨੇ ਅਸੀਂ ਟੈਲੀਗ੍ਰਾਮ ਚੈਨਲ ਤੇ ਪਾਈਆਂ ਨੇ, ਉਹ ਤੋਂ ਤੁਸੀਂ ਇਹ ਡਾਊਨਲੋਡ ਕਰਕੇ ਇਹਨਾਂ ਟੌਪਿਕਸ ਦੀ ਤਿਆਰੀ ਕਰ ਸਕਦੇ ਹੋ। ਬਾਕੀ ਤੁਸੀਂ ਬੈਂਕਿੰਗ ਵਾਸਤੇ RBI ਤੇ ਨਬਾਰਡ ਦੀ ਵੈਬਸਾਈਟ ਤੇ ਜਾ ਕੇ ਵੀ ਦੇਖਣਾ ਆ ਕਿ ਕਿਹੜੀਆਂ ਨਿਊਜ਼ ਚੱਲ ਰਹੀਆਂ ਨੇ, ਕਿਹੜੀਆਂ ਅਪਡੇਸ਼ਨ ਹੋ ਰਹੀਆਂ ਨੇ, ਕੀ ਪਾਲਿਸੀ ਰੇਟ ਆ, ਕੀ ਰੀਪੋ ਰੇਟ ਆ, ਕੀ ਰਿਵਰਸ ਰੇਪੋ ਰੇਟ ਆ। ਸੋ ਇਹਨਾਂ ਦੀਆਂ ਡੈਫੀਨੇਸ਼ਨਸ ਵੀ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਤੇ ਇਹਨਾਂ ਦੇ ਰੇਟ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿ ਕਰੰਟ ਰੇਟ ਕੀ ਚੱਲ ਰਿਹਾ ਹੈ, ਬੈਂਕ ਰੇਟ ਕੀ ਚੱਲ ਰਿਹਾ ਹੈ, ਰੀਪੋ ਰੇਟ ਕੀ ਚੱਲ ਰਿਹਾ ਹੈ, ਰਿਵਰਸ ਰੀਪੋ ਰੇਟ ਕੀ ਚੱਲ ਰਿਹਾ ਹੈ, CRR ਕੀ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਸੀਂ RBI ਦੀ ਵੈਬਸਾਈਟ ਤੋਂ ਤੇ ਨਬਾਰਡ ਦੀ ਵੈਬਸਾਈਟ ਤੋਂ ਵੀ ਆਪਣੇ ਆਪ ਨੂੰ ਅਪਡੇਟ ਕਰਨਾ ਹੈ। ਫਿਰ ਬੈਂਕਿੰਗ ਰੈਗੂਲੇਸ਼ਨ ਐਕਟ ਕੀ ਹੈ, ਪੰਜਾਬ ਦੀ ਕੋਆਪਰੇਟਿਵ ਸੁਸਾਇਟੀਜ਼ ਐਕਟ ਕੀ ਹੈ, ਨਬਾਰਡ ਦੇ ਜਿਹੜੇ ਆ ਉਹ ਕੀ ਕੰਮ ਹੁੰਦੇ ਨੇ, ਉਹ ਸਾਰੀਆਂ ਚੀਜ਼ਾਂ ਤੁਸੀਂ ਪੜ੍ਹਨੀਆਂ ਨੇ। ਇਹਦੇ ਬਾਅਦ ਸੀਨੀਅਰ ਮੈਨੇਜਰ ਦੀ ਪੋਸਟ ਵਾਸਤੇ ਜਿਹੜੇ ਬੈਂਕਿੰਗ ਦੇ ਟੌਪਿਕ ਨੇ ਉਹ ਵੀ ਅਸੀਂ ਦੇਖ ਲੈਣੇ ਆ ਕਿ ਕਿੱਥੋਂ ਉਹਨਾਂ ਦੀ ਤਿਆਰੀ ਕਰ ਸਕਦੇ ਹਾਂ। ਬੈਂਕਿੰਗ ਦੇ ਟੌਪਿਕ ਦੇ ਵਿੱਚ ਨੇ ਇੰਪੈਕਟ ਆਫ ਗਵਰਨਮੈਂਟ ਪਾਲਿਸੀ ਐਂਡ ਰੈਗੂਲੇਸ਼ਨ ਔਨ ਬੈਂਕਿੰਗ ਐਂਡ ਦ ਫਾਈਨੈਂਸ਼ੀਅਲ ਸਰਵਿਸਿਜ਼ ਇੰਡਸਟਰੀ, ਮੈਜਰਿੰਗ ਐਂਡ ਇਵੈਲੂਏਟਿੰਗ ਦ ਪਰਫਾਰਮੈਂਸ ਆਫ ਬੈਂਕਸ, ਪ੍ਰੂਡੈਂਸ਼ੀਅਲ ਨॉर्म्स, ਐਸੈਟਸ ਐਂਡ ਲਾਇਬਿਲਿਟੀ ਮੈਨੇਜਮੈਂਟ, ਮੈਨੇਜਿੰਗ ਦ ਇਨਵੈਸਟਮੈਂਟ ਪੋਰਟਫੋਲੀਓ ਐਂਡ ਲਿਕੁਇਡਿਟੀ ਪੋਜੀਸ਼ਨ ਆਫ ਬੈਂਕ, ਪ੍ਰੋਵਾਈਡਿੰਗ ਲੋਨ ਟੂ ਬਿਜ਼ਨਸ ਐਂਡ ਕੰਜ਼ਿਊਮਰ, ਰਿਸਕ ਮੈਨੇਜਮੈਂਟ, ਬੈਲੈਂਸ ਸ਼ੀਟ ਮੈਨੇਜਮੈਂਟ, international banking, treasury management, economic analysis, business mathematics, human resource management, credit management, banking and cooperative act। ਸੋ ਇਹ ਜਿਹੜੇ ਟੌਪਿਕ ਨੇ ਇਹ ਸਪੈਸ਼ਲਾਈਜ਼ਡ ਟੌਪਿਕ ਨੇ ਬੈਂਕਿੰਗ ਦੇ। ਸੋ ਇਹਦੀ ਰਿਵੀਜ਼ਨ ਕਰਨ ਵਾਸਤੇ ਜਿਹੜੇ ਐਕਸਪੀਰੀਅੰਸ ਨੇ ਉਹਨਾਂ ਨੇ ਜੇਕਰ ਇਹਦੀ ਰਿਵੀਜ਼ਨ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ RBI ਦੇ ਜਿੰਨੇ ਵੀ ਸਰਕੂਲਰ ਨੇ ਉਹ ਪੜ੍ਹਨੇ ਨੇ। RBI ਦੇ ਡਿਫਰੈਂਟ ਸਰਕੂਲਰਸ ਨੇ ਜਿਨ੍ਹਾਂ ਦੇ ਵਿੱਚ ਦਿੱਤਾ ਆ ਕਿ ਬੈਂਕਿੰਗ ਦੇ ਵਿੱਚ ਕ੍ਰੈਡਿਟ ਮੈਨੇਜਮੈਂਟ ਕਿਵੇਂ ਕਰਨੀ ਹੈ, ਰਿਸਕ ਮੈਨੇਜਮੈਂਟ ਕਿਵੇਂ ਕਰਨੀ ਹੈ, ਕਿਹੜੇ ਰੂਲ ਨੇ। ਫਿਰ ਤੁਹਾਨੂੰ ਬੈਲੈਂਸ ਸ਼ੀਟ ਪਤਾ ਹੋਣੀ ਚਾਹੀਦੀ ਹੈ ਕਿ ਬੈਲੈਂਸ ਸ਼ੀਟ ਦੇ ਲੈਫਟ ਤੇ ਕੀ ਹੁੰਦਾ, ਰਾਈਟ ਤੇ ਕੀ ਹੁੰਦਾ ਆ। ਸੋ ਐਸੈਟਸ ਤੇ ਲਾਇਬਿਲਿਟੀ ਮੈਨੇਜਮੈਂਟ ਹੈ ਉਹ ਵੀ ਤੁਸੀਂ ਦੇਖਣੀ ਹੈ। ਫਿਰ ਲੋਨਸ ਜਿਹੜੇ ਨੇ ਉਹ ਤੁਹਾਡੇ ਕੋਲ ਰਿਜ਼ਰਵ ਫੰਡ ਕਿੰਨਾ ਹੈ, ਕਿੰਨਾ ਤੁਸੀਂ ਲੋਨ ਦੇ ਸਕਦੇ ਹੋ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੈਲਕੂਲੇਸ਼ਨਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਤੁਹਾਡੇ ਕੋਲ ਡਿਪੋਜ਼ਿਟ ਕਿੰਨਾ ਆ ਤੇ ਤੁਸੀਂ ਉਹ ਲੋਨ ਕਿੱਥੇ ਦੇ ਸਕਦੇ ਹੋ। ਇਨਵੈਸਟਮੈਂਟ ਜਿਹੜੇ ਪੋਰਟਫੋਲੀਓਜ਼ ਨੇ ਉਹ ਕਿਵੇਂ ਦੇ ਹੋਣੇ ਚਾਹੀਦੇ ਨੇ। ਇਹ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਜਿਹੜੀ ਆ ਉਹ ਨੌਲੇਜ ਹੋਣੀ ਚਾਹੀਦੀ ਆ। ਇਹਨੂੰ ਅਪਡੇਟ ਕਰਨ ਵਾਸਤੇ ਤੁਸੀਂ RBI ਦੀਆਂ ਗਾਈਡਲਾਈਨਸ ਤੇ RBI ਦੇ ਜਿਹੜੇ ਸਰਕੂਲਰਸ ਨੇ ਘੱਟੋ ਘੱਟ 1 ਸਾਲ ਪੁਰਾਣੇ ਜਿਹੜੇ ਸਰਕੂਲਰਸ ਨੇ ਉਹ ਪੜ੍ਹਨੇ ਨੇ। ਤੇ RBI ਜਿਹੜੀ ਪਾਲਿਸੀ ਅਪਡੇਟ ਕਰਦਾ ਹੈ, ਕੁਆਰਟਰਲੀ ਅਪਡੇਟ ਹੁੰਦੀਆਂ ਨੇ ਪਾਲਿਸੀਜ਼ ਜਾਂ ਰੇਟਸ ਅਪਡੇਟ ਹੁੰਦੇ ਨੇ, ਉਹਨਾਂ ਸਾਰੀਆਂ ਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ। ਇਹਦੇ ਵਾਸਤੇ ਜੇਕਰ ਨੋਟਸ ਕਹੀਏ ਤਾਂ NS ਤੂਰ ਦੇ ਨੋਟਸ ਆਉਂਦੇ ਨੇ,
ਸੋ ਬੈਂਕਿੰਗ ਪ੍ਰਮੋਸ਼ਨ ਦੇ ਨੋਟਸ ਆਉਂਦੇ ਨੇ NS ਤੂਰ ਦੇ, ਉਹ ਤੁਸੀਂ ਲੈ ਕੇ ਤਿਆਰੀ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਜੇਕਰ ਸਰਕੂਲਰ ਪੜ੍ਹ ਲਓ ਜਾਂ ਐਕਟ ਪੜ੍ਹ ਲਓ, ਕੋਆਪਰੇਟਿਵ ਐਕਟ ਪੜ੍ਹ ਲਓ ਜਾਂ BR ਐਕਟ ਪੜ੍ਹ ਲਓ, ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚੋਂ ਵੀ ਕਵਰ ਹੋ ਜਾਂਦੀਆਂ ਨੇ। ਸੋ ਸੀਨੀਅਰ ਮੈਨੇਜਰ ਦੀ ਪੋਸਟ ਵਾਸਤੇ ਤੁਸੀਂ RBI ਦੇ ਸਰਕੂਲਰਸ, ਨਬਾਰਡ ਦੇ ਸਰਕੂਲਰਸ ਤੇ ਕੋਆਪਰੇਟਿਵ ਐਕਟ ਜਿਹੜੇ ਨੇ, ਕੋਆਪਰੇਟਿਵ ਸੁਸਾਇਟੀਜ਼ ਦੇ ਜਿਹੜੇ ਐਕਟ ਨੇ ਉਹ ਸਾਰੇ ਪੜ੍ਹਨੇ ਨੇ। ਉਹਦੇ ਬਾਅਦ IT ਆਫੀਸਰ ਵਾਸਤੇ ਜਿਹੜੇ ਸਪੈਸ਼ਲਾਈਜ਼ਡ ਟੌਪਿਕ ਨੇ ਉਹਨਾਂ ਦੇ ਵਿੱਚ ਆਉਂਦੇ ਨੇ ਡੇਟਾਬੇਸ ਮੈਨੇਜਮੈਂਟ, ਨੈਟਵਰਕਿੰਗ, ਨੈਟਵਰਕ ਸਿਕਿਉਰਿਟੀ, ਵੈਬ ਟੈਕਨੋਲੋਜੀਜ਼, ਪ੍ਰੋਗਰਾਮਿੰਗ, ਕਨਸੈਪਟ ਬੇਸਿਕਸ। ਇਹਦੇ ਵਿੱਚ ਜਿਵੇਂ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਹੁੰਦੀ ਆ, ਸੋ ਉਹ ਟੌਪਿਕ ਨੇ। ਬੇਸਿਕ ਹਾਰਡਵੇਅਰ, ਮਾਈਕਰੋ ਪ੍ਰੋਸੈਸਰ, ਟਾਈਮਰਸ, ALU, ਇੰਟਰਨੈਟ ਟੈਕਨੋਲੋਜੀਜ਼ ਐਂਡ ਅਦਰ emerging technologies। ਸੋ ਇਹਨਾਂ ਦੀ ਵੀ ਜਿਹੜੇ ਕੁਐਸਚਨ ਨੇ ਉਹ ਡਿਵਾਈਡ ਕਰਕੇ ਦਿੱਤੇ ਨੇ ਕਿ ਡੇਟਾਬੇਸ ਮੈਨੇਜਮੈਂਟ ਦੇ ਵਿੱਚੋਂ 14 ਨੇ, ਨੈਟਵਰਕਿੰਗ ਦੇ ਵਿੱਚੋਂ 13 ਨੇ, ਵੈਬ ਟੈਕਨੋਲੋਜੀਜ਼ ਦੇ ਵਿੱਚੋਂ 5 ਨੇ, ਪ੍ਰੋਗਰਾਮਿੰਗ ਦੇ ਵਿੱਚੋਂ ਵੀ 5 ਨੇ, ਨੈਟਵਰਕ ਸਿਕਿਉਰਿਟੀ ਦੇ ਵਿੱਚੋਂ 4 ਨੇ ਤੇ ਬੇਸਿਕ ਹਾਰਡਵੇਅਰ ਦੇ ਵਿੱਚੋਂ ਵੀ 4 ਨੇ। ਸੋ ਜਿਹੜੇ ਮੇਜਰ ਟੌਪਿਕ ਨੇ ਉਹ ਨੇ ਡੇਟਾਬੇਸ ਮੈਨੇਜਮੈਂਟ ਤੇ ਨੈਟਵਰਕਿੰਗ। ਸੋ ਇਹਨਾਂ ਟੌਪਿਕਸ ਤੇ ਤੁਸੀਂ ਜ਼ਿਆਦਾ ਜ਼ੋਰ ਦੇਣਾ ਆ। ਬਾਕੀ ਇਹਨਾਂ ਦੀਆਂ ਵੱਖਰੀਆਂ ਕਿਤਾਬਾਂ ਆਉਂਦੀਆਂ ਨੇ ਜਿਹੜੀਆਂ ਤੁਸੀਂ BTech ਦੇ ਵਿੱਚ ਪੜ੍ਹੀਆਂ ਹੋਣਗੀਆਂ, ਜਿਵੇਂ ਨੈਟਵਰਕ ਹੈ, ਨੈਟਵਰਕ ਦੀ ਟੋਪੋਲੋਜੀਜ਼ ਕਿਹੜੀਆਂ ਨੇ, ਕਿਹੜੀਆਂ ਲੇਅਰਸ ਹੁੰਦੀਆਂ ਨੇ। ਜਨਰਲੀ ਜੇਕਰ ਤੁਸੀਂ ਤਿਆਰੀ ਕਰਨੀ ਹੈ ਤਾਂ ਹਰ ਟੌਪਿਕ ਦੀ ਸਰਚ ਕਰੋ ਤਾਂ ਵਿਕੀਪੀਡੀਆ ਤੇ ਵੀ ਤੁਸੀਂ ਪੜ੍ਹ ਕੇ ਇਹਦੀ ਤਿਆਰੀ ਕਰ ਸਕਦੇ ਹੋ। ਤੇ ਇਹਦੇ ਨਾਲ ਜਿਹੜੀ ਪ੍ਰੈਕਟਿਸ ਕਰਨੀ ਆ ਉਹ ਤੁਸੀਂ ਪੁਰਾਣੇ ਪੇਪਰ ਕਿਤੇ ਵੀ ਡਾਊਨਲੋਡ ਕਰ ਲਓ ਜਾਂ ਮਾਡਲ ਪੇਪਰ ਤੁਹਾਨੂੰ ਮਿਲਦੇ ਆ ਤਾਂ ਉਹ ਲੈ ਕੇ ਇਹਦੀ ਤੁਸੀਂ ਤਿਆਰੀ ਕਰ ਲਓ। ਸੋ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਚੰਗੀ ਲੱਗੀ ਹੈ, ਵੈਲਿਊਏਬਲ ਲੱਗੀ ਹੈ, ਤੁਹਾਡੀ ਹੈਲਪ ਕਰੇਗੀ ਪੇਪਰ ਦੇ ਵਿੱਚ ਕਿਤੇ ਨਾ ਕਿਤੇ। ਸੋ ਆਲ ਦਾ ਬੈਸਟ ਸਾਰਿਆਂ ਨੂੰ। ਥੈਂਕ ਯੂ ਵੈਰੀ ਮੱਚ।